KVIF 900 AM ਦੇ ਨਾਲ ਜੁੜ ਬੈਠੇ ਮੇਰੇ ਪਿਆਰੇ ਸਤਿਕਾਰਯੋਗ ਸਰੋਤਿਓ, ਮਹਿੰਦਰ ਸਿੰਘ ਸੰਧਾਵਾਲੀਆ ਤੁਹਾਡੇ ਲਈ ਮੇਰੀ ਪੀਰੀ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੈ। ਸੋ ਸਾਰਿਆਂ ਤੋਂ ਪਹਿਲਾਂ ਆਪ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਮਸਤੇ, ਆਦਾਬ ਪੇਸ਼ ਕਰਦਾ ਹਾਂ ਜੀ। ਪਿਛਲੇ ਹਫਤੇ ਤੁਹਾਨੂੰ ਪਤਾ ਹੈ ਕਿ ਆਪਾਂ ਚਮਕੌਰ ਦੀ ਗੜੀ ਦੀ ਗੱਲ ਕੀਤੀ ਸੀ। 20 ਤੇ 21 ਦਸੰਬਰ ਦੀ ਜਿਹੜੀ ਰਾਤ ਹੈ, ਅਸਲੀ ਇਹ ਇੱਕ ਹਫ਼ਤਾ ਜਿਹੜਾ ਹੈ ਇਹ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਾਂ 'ਚ ਹਰ ਇੱਕ ਨੂੰ ਯਾਦ ਰੱਖਣਾ ਚਾਹੀਦਾ ਹੈ। 20-21 ਦੀ ਰਾਤ ਤੋਂ ਲੈ ਕੇ ਤੇ 28 ਤੱਕ ਦਸੰਬਰ, ਕਿਉਂਕਿ 20 ਦੀ ਰਾਤ ਨੂੰ ਅਨੰਦਪੁਰ ਸਾਹਿਬ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਆਪਣੇ ਦੇ ਨਾਲ ਛੱਡਦੇ। ਉਸ ਵੇਲੇ ਉਹਨਾਂ ਦੇ ਕੋਲ ਗਿਣਤੀ ਕੋਈ 500 ਹੁੰਦੀ ਹੈ। ਹਾਲੇ ਕਿ ਇਹਨਾਂ ਨੇ ਸਹੁੰਆਂ ਖਾਧੀਆਂ ਸੀ ਕਿ ਅਸੀਂ ਤੁਹਾਨੂੰ ਸੇਫ ਪਾਸੇਜ ਦੇਵਾਂਗੇ, ਪਰ ਉਹਨਾਂ ਨੇ ਆਪਣੀਆਂ ਸਹੁੰਆਂ 'ਤੇ ਉਹ ਕਾਇਮ ਨਾ ਰਹੇ, ਮੁਗਲ ਅਤੇ ਹਿੰਦੂ ਰਾਜੇ। ਸੋ ਉਹਨਾਂ ਨੇ ਪਿੱਛੋਂ ਹਮਲਾ ਕਰ ਦਿੱਤਾ। ਸਿਰਸਾ ਨਦੀ ਦੇ ਉੱਤੇ ਜਿਹੜਾ ਹੈ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰੇ ਸਿੰਘ ਜਿਹੜੇ ਆ ਉੱਥੇ ਹੀ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਅਤੇ 44 ਸਿੰਘ ਜਿਹੜੇ ਹੈ ਇਤਿਹਾਸ 'ਚ ਆਉਂਦਾ ਹੈ ਉਹ ਚਮਕੌਰ ਦੀ ਗੜੀ ਤੱਕ ਪਹੁੰਚੇ, ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਸੀ, 2 ਸਾਹਿਬਜ਼ਾਦੇ ਅਤੇ 5 ਪਿਆਰੇ ਬਾਕੀ ਸਿੰਘ ਸੀ। ਸੋ ਇਸ ਤਰ੍ਹਾਂ 44 ਟੋਟਲ ਜਿਹੜੇ ਆ ਉਹ ਚਮਕੌਰ ਦੀ ਗੜੀ ਸੀ ਅਤੇ ਲੱਖਾਂ ਤਾਦਾਦ ਦੇ ਵਿੱਚ ਹਿੰਦੂ ਰਾਜੇ ਅਤੇ ਮੁਗਲ ਫੌਜਾਂ ਜਿਹੜੀਆਂ ਉਹ ਉਹਨਾਂ ਦਾ ਪਿੱਛਾ ਕਰਦੀਆਂ ਵੀ ਉੱਥੇ ਪਹੁੰਚ ਗਈਆਂ। ਸੋ 22 ਤਰੀਕ ਨੂੰ ਉੱਥੇ ਜਿਹੜੀ ਆ ਉਹ ਯੁੱਧ ਹੁੰਦਾ ਹੈ, ਜਿਸ ਵਿੱਚ ਦਸ਼ਮੇਸ਼ ਪਿਤਾ ਦੇ ਨਜ਼ਰਾਂ ਦੇ ਸਾਹਮਣੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਜਿਹੜੇ ਨੇ ਉਹ ਸ਼ਹੀਦੀਆਂ ਪਾਉਂਦੇ ਨੇ। 3 ਪਿਆਰੇ ਵੀ ਉੱਥੇ ਸ਼ਹੀਦੀਆਂ ਪਾ ਜਾਂਦੇ ਨੇ, ਬਾਕੀ ਸਿੰਘ ਜਿਹੜੇ ਉਹ ਉੱਥੇ ਸਾਰੇ ਸ਼ਹੀਦੀਆਂ ਪਾ ਜਾਂਦੇ ਨੇ। ਪਰ ਉਸ ਤੋਂ ਪਹਿਲਾਂ 5 ਪਿਆਰੇ ਜਿਹੜੇ ਆ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਦੇ ਦਿੰਦੇ ਨੇ ਕਿ ਤੁਸੀਂ ਗੜੀ 'ਚੋਂ ਨਿਕਲ ਜਾਓ, ਅਤੇ ਕਿਉਂਕਿ ਤੁਸੀਂ ਬੜੀ ਲੋੜ ਹੈ ਤੁਹਾਨੂੰ, ਤੁਸੀਂ ਹਾਲੇ ਕੌਮ ਨੂੰ ਜਿਹੜਾ ਹੈ ਜਿੰਦਾ ਰੱਖਣਾ ਹੈ। ਸੋ ਉਹ 22 ਤਰੀਕ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਲਗੀ, ਆਪਣਾ ਪਹਿਰਾਵਾ ਭਾਈ ਸੰਗਤ ਸਿੰਘ ਦੇ ਸਿਰ 'ਤੇ ਅਤੇ ਉਹਨਾਂ ਦੇ ਸਜਾ ਕੇ, ਕਲਗੀ ਸਜਾ ਕੇ ਉਹਨਾਂ ਦੇ ਸਿਰ 'ਤੇ, ਅਤੇ ਉਹ ਤਾੜੀ ਮਾਰ ਕੇ ਉੱਥੋਂ ਨਿਕਲ ਜਾਂਦੇ ਨੇ। ਪਿਆ ਚੱਲਿਆ ਜੇ ਸਿੱਖਾਂ ਦਾ ਗੁਰੂ, ਜੇ ਫੜ ਸਕਦੇ ਤਾਂ ਫੜ ਲਓ। ਉਹਨਾਂ ਦੇ ਨਾਲ ਭਾਈ ਮਾਨ ਸਿੰਘ ਅਤੇ 2 ਪਿਆਰੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਵੀ ਜਾਂਦੇ ਨੇ, ਜੋ ਕਿ ਅਖੀਰ ਤੱਕ ਸਾਊਥ ਤੱਕ ਵੀ ਜਿਹੜੇ ਹੈ ਨੰਦੇੜ ਸਾਹਿਬ ਆਪਾਂ ਜਿਹਨੂੰ ਕਹਿੰਦੇ ਹਾਂ, ਉੱਥੋਂ ਤੱਕ ਨਾਲ ਹੀ ਉਹਨਾਂ ਨੇ ਸਾਥ ਨਿਭਾਇਆ ਹੈ। ਸੋ 23 ਤਰੀਕ ਨੂੰ ਜਿਹੜੇ ਬਾਕੀ ਦੇ ਸਿੰਘ ਨੇ ਉਹ ਉੱਥੇ ਸ਼ਹੀਦੀਆਂ ਪਾ ਜਾਂਦੇ ਨੇ ਚਮਕੌਰ 'ਚ, ਅਤੇ ਦੂਸਰੇ ਪਾਸੇ 24 ਤਰੀਕ ਨੂੰ ਬੀਬੀ ਹਰਸ਼ਰਨ ਕੌਰ, ਉਹ ਸਾਰੀਆਂ ਜਿੰਨੀਆਂ ਕੁ ਉਹਨੂੰ ਸਿੰਘਾਂ ਦੀਆਂ ਲਾਸ਼ਾਂ ਉੱਥੋਂ ਮਿਲਦੀਆਂ ਨੇ ਉਹ ਇਕੱਠੀਆਂ ਕਰਕੇ, ਲੱਕੜ ਇਕੱਠੀ ਕਰਕੇ ਅਤੇ ਉਹਨਾਂ ਦਾ ਸੰਸਕਾਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਮੁਗਲਾਂ ਨੂੰ ਪਤਾ ਲੱਗਦਾ ਹੈ, ਉੱਥੇ ਅੱਗ ਬਲਦੀ ਵੇਖਦੇ ਨੇ, ਅਤੇ ਉਹਨਾਂ ਆਣ ਕੇ ਜਦੋਂ ਵੇਖਿਆ ਅਤੇ ਉਹਨਾਂ ਬੀਬੀ ਹਰਸ਼ਰਨ ਕੌਰ ਨੂੰ ਵੀ ਉਸ ਤਰ੍ਹਾਂ ਫੜ ਕੇ ਉਸੇ ਅੱਗ 'ਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਦੂਸਰੇ ਪਾਸੇ ਛੋਟੇ ਸਾਹਿਬਜ਼ਾਦੇ ਜਿਹੜੇ ਆ ਕੁੰਮੇ ਮਾਸ਼ਕੀ ਦੀ ਬੇੜੀ ਦੇ ਵਿੱਚ ਸਿਰਸਾ ਪਾਰ ਕਰਦੇ ਨੇ। ਉੱਥੇ ਆਣ ਕੇ ਉਹਨਾਂ ਦੀ ਚੌਂਬੜੀ ਦੇ ਵਿੱਚ ਹੀ ਜਿਹੜਾ ਹੈ ਗੰਗੂ ਉਹਨਾਂ ਨੂੰ ਮਿਲਦਾ ਹੈ, ਜਿਹੜਾ ਕਿ 20-22 ਸਾਲ ਗੁਰੂ ਘਰ 'ਚ ਸੇਵਾ ਕਰਦਾ ਰਿਹਾ ਹੈ, ਪਰ ਮਨ ਉਹਦਾ ਜਿਹੜਾ ਹੈ ਉਹ ਲਾਲਚ ਲੋਭ ਤੋਂ ਮੁਕਤ ਨਹੀਂ ਸੀ ਹੋ ਸਕਿਆ। ਸੋ ਉਹਨੂੰ ਆਪੇ ਘਰ ਲੈ ਜਾਂਦਾ ਹੈ। ਉੱਥੋਂ ਉਹ ਮੋਹਰਾਂ ਚਰਾਉਣ ਦੀ ਕੋਸ਼ਿਸ਼ ਕਰਦਾ ਹੈ, ਜਿੱਥੋਂ ਨਾਰਾਜ਼ ਹੋ ਕੇ ਉਹ ਸੂਬੇ ਨੂੰ ਜਾ ਕੇ ਅਤੇ ਸ਼ਿਕਾਇਤ ਲਾਉਂਦਾ ਹੈ। ਬੱਚਿਆਂ ਨੂੰ ਜਿਹੜਾ ਹੈ, ਦੋਵਾਂ ਨੂੰ, ਛੋਟਿਆਂ ਨੂੰ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਅਤੇ ਸੂਬੇ ਦੀ ਕਚਹਿਰੀ ਦੇ ਵਿੱਚ 3 ਦਿਨ ਉਹਨਾਂ ਦੀ ਹੁੰਦੀ ਨੇ, 25, 26 ਅਤੇ 27। ਤਿੰਨਾਂ ਦਿਨਾਂ 'ਚ ਉਹਨਾਂ ਨੂੰ ਵੱਖੋ ਵੱਖਰੇ ਲਾਲਚ ਵੀ ਦਿੱਤੇ ਜਾਂਦੇ ਨੇ। ਲਾਲਚਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਨੂੰ ਅਸੀਂ ਬਹੁਤ ਸੁੱਖ ਸਹੂਲਤਾਂ ਦੇਵਾਂਗੇ, ਜਿੰਨਾ ਪੈਸਾ ਤੁਹਾਨੂੰ ਚਾਹੀਦਾ ਉਹ ਲੈ ਲਓ, ਤੁਹਾਨੂੰ ਬਹੁਤ ਸੋਹਣੀਆਂ ਜਿਹੜੀਆਂ ਵਾ ਉਹ
ਬੇਗਮਾਂ ਦੇ ਨਾਲ ਤੁਹਾਡੀ ਸ਼ਾਦੀ ਕੀਤੀ ਜਾਵੇਗੀ, ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਬਹੁਤ ਆਰਾਮ ਨਾਲ ਗੁਜ਼ਾਰੋਗੇ। ਪਰ ਇਹ ਹੈ ਕਿ ਤੁਸੀਂ ਇਸਲਾਮ ਧਾਰਨ ਕਰ ਲਓ। ਉਹ ਨਹੀਂ ਕਰਦੇ, ਉਹਨਾਂ ਨਾਲ ਸਖਤੀ ਵੀ ਕੀਤੀ ਜਾਂਦੀ ਹੈ। ਅਤੇ ਉਹ ਸਾਰੀ ਜਿਹੜੀ ਗੱਲ ਹੈ ਉਹ 2-3 ਦਿਨ ਚੱਲਦੀ ਹੈ। ਪਰ ਜਦੋਂ ਛੋਟੇ ਸਾਹਿਬਜ਼ਾਦੇ ਇਹ ਗੱਲਾਂ ਕੋਈ ਨਹੀਂ ਮੰਨਦੇ, ਅਤੇ ਫਿਰ ਉਹਨਾਂ ਨੂੰ ਜਿਹੜੀ ਹੈ ਕਾਜੀ ਕੋਲੋਂ ਸਜ਼ਾ ਇਹ ਮਿਲਦੀ ਹੈ ਕਿ ਇਹਨਾਂ ਨੂੰ ਜੀਂਦਿਆਂ ਕੰਧ ਦੇ ਵਿੱਚ ਨਾ ਦਿੱਤਾ ਜਾਵੇ, ਜੋ ਕਿ 27 ਤਰੀਕ ਨੂੰ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਅਤੇ ਟੋਡਰ ਮੱਲ ਫਿਰ ਕਿਉਂਕਿ ਉਹਨਾਂ ਦੇ ਸੰਸਕਾਰ ਵਾਸਤੇ ਜਗ੍ਹਾ ਨਹੀਂ ਦਿੰਦਾ ਸੂਬਾ, ਉਹ ਕਹਿੰਦਾ ਹਾਂ ਤੁਸੀਂ ਲੈ ਸਕਦੇ ਜੇ ਜਗ੍ਹਾ, ਜੇ ਤੁਸੀਂ ਜਿੰਨੀਆਂ ਸੋਨੇ ਦੀਆਂ ਮੋਹਰਾਂ ਵਿਛਾਓਗੇ ਉਨੀ ਜਗ੍ਹਾ ਤੁਹਾਨੂੰ ਮਿਲ ਜੂਗੀ। ਅਤੇ ਜਿਹੜਾ ਟੋਡਰ ਮੱਲ ਸੀ ਉਸ ਵੇਲੇ ਬੜਾ ਮਸ਼ਹੂਰ ਬਿਜ਼ਨਸਮੈਨ ਸੀ, ਉੱਥੇ ਰਹਿੰਦਾ ਸੀ ਸਰਹੰਦ 'ਚ, ਅਤੇ ਉਸ ਨੇ ਫਿਰ 80,000 ਸੋਨੇ ਦੀ ਮੋਹਰ ਜਿਹੜੀ ਹੈ ਵਿਛਾ ਕੇ ਅਤੇ ਉਹ ਜ਼ਮੀਨ ਖਰੀਦੀ ਸੀ, ਜਿਹਨੂੰ ਫਿਰ ਅੱਲਾ ਯਾਰ ਖਾਨ ਜੋਗੀ ਇਸੇ ਕਰਕੇ ਕਹਿੰਦਾ ਕਿ ਸਭ ਤੋਂ ਜਿਹੜੀ ਪਵਿੱਤਰ ਜਗ੍ਹਾ ਹੈ, ਜੇ ਕਿਸੇ ਨੇ ਦਰਸ਼ਨ ਕਰਨੇ ਨੇ ਤਾਂ ਉਹ ਸਰਹੰਦ ਜਾ ਕੇ ਕਰੇ, ਅਤੇ ਸਭ ਤੋਂ ਮਹਿੰਗੀ ਜਗ੍ਹਾ ਵੀ ਜਿਹੜੀ ਹੈ ਉਹ ਜੇ ਵੇਖਣੀ ਹੈ ਤਾਂ ਉਹ ਵੀ ਸਰਹੰਦ ਜਾ ਕੇ ਵੇਖੇ। ਸੋ ਉੱਥੇ ਫਿਰ ਇਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਇਹ ਹੈ 7-8 ਦਿਨਾਂ ਦਾ ਮੈਂ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਹੈ। ਉਸ ਤੋਂ ਬਾਅਦ ਜਿਹੜਾ ਹੈ ਉੱਥੇ ਡਿਟੇਲ ਦੇ ਨਾਲ ਵੀ ਕਿਵੇਂ ਸਾਰਾ ਜਿਹੜਾ ਹੈ ਇਹਨਾਂ ਦੇ ਨਾਲ ਵਿਹਾਰ ਕੀਤਾ ਜਾਂਦਾ। ਮਾਤਾ ਗੁਜਰ ਕੌਰ ਅਪਰੋਕਸੀਮੇਟਲੀ 80 ਸਾਲਾਂ ਦੀ ਉਹਨਾਂ ਦੀ ਉਮਰ ਹੁੰਦੀ ਹੈ। ਅਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੜਾ ਬਰੀਫ ਜਿਹਾ ਦੱਸ ਹੀ ਚੁੱਕਾ ਹਾਂ ਕਿ ਉਹ ਫਿਰ ਜਦੋਂ ਇਹਨਾਂ ਦੇ ਪਾਸ ਇੱਥੇ ਤੱਕ ਆ ਜਾਂਦੇ ਨੇ, ਕਿਉਂਕਿ ਕੁੰਮਾ ਮਾਸ਼ਕੀ ਉਹਨਾਂ ਨੂੰ ਲੈ ਜਾਂਦਾ ਆਪਣੇ ਕੋਲ, ਉੱਥੇ ਆਪਣੀ ਉਹਨਾਂ ਦੀ ਛੱਤ ਜਿਹੜੀ ਛੰਨ ਹੁੰਦੀ ਪਈ ਉਹਦੇ 'ਚ, ਕਿਉਂਕਿ ਪਰ ਬਰਫੀਲੀ ਠੰਡੀ ਰਾਤ ਹੁੰਦੀ ਹੈ, ਪਰ ਉੱਥੇ ਹੀ ਫਿਰ ਚੱਕ ਢੇਰਾਂ, ਉੱਥੋਂ ਰੋਪੜ ਦੇ ਨੇੜੇ ਜਿਹੜਾ ਚੱਕ ਢੇਰਾਂ ਪੁੱਜਦੇ ਆ, ਉੱਥੇ ਉਹਦੀ ਛੰਨ ਹੁੰਦੀ ਆ ਕੁੰਮੇ ਮਾਸ਼ਕੀ ਦੀ। ਅਤੇ ਉੱਥੇ ਉਸੇ ਪਿੰਡ ਦੀ ਇੱਕ ਮਾਤਾ ਜਿਹੜੀ ਹੈ ਉਹ ਆਪਣੇ ਪਿੰਡੋਂ ਫਿਰ ਇਹਨਾਂ ਵਾਸਤੇ ਭੋਜਨ ਤਿਆਰ ਕਰਕੇ ਲਿਆਉਂਦੀ ਹੈ, ਅਤੇ ਉਹ ਬੀਬੀ ਲక్ష్ਮੀ ਉਹਦਾ ਨਾਂ ਇਤਿਹਾਸ 'ਚ ਆਉਂਦਾ, ਅਤੇ ਉਹ ਫਿਰ ਲੰਗਰ ਪਾਣੀ ਸਾਰਾ ਛਕਾਉਂਦੀ ਹੈ ਅਤੇ ਆਪਣਾ ਜੀਵਨ ਸਫਲਾ ਜਿਹੜਾ ਉਹ ਕਰ ਲੈਂਦੀ ਹੈ। ਸੋ ਇੱਥੇ ਗੰਗੂ ਆਣ ਕੇ ਇਹਨਾਂ ਨੂੰ ਮਿਲਦਾ, ਇੱਥੋਂ ਆਪਣੇ ਘਰ ਲੈ ਜਾਂਦਾ, ਇੱਥੋਂ ਫਿਰ ਉਹ ਜਿਵੇਂ ਮੈਂ ਤੁਹਾਨੂੰ ਅੱਗੇ ਦੱਸ ਚੁੱਕਾ ਕਿ ਉਹ ਸੂਬੇ ਨੂੰ ਫੜਾ ਦਿੰਦਾ ਹੈ। ਸੋ 2 ਸਿਪਾਹੀ ਜਿਹੜੇ ਉਹ ਆਉਂਦੇ ਨੇ, ਜਾਨੀ ਖਾਂ ਅਤੇ ਮਾਨੀ ਖਾਂ, ਉਹ ਇਹਨਾਂ ਨੂੰ ਮਰਿੰਡੇ ਥਾਣੇ ਪਹਿਲਾਂ ਲੈ ਜਾਂਦੇ ਆ। ਮਰਿੰਡੇ ਥਾਣੇ ਤੋਂ ਅਗਲੇ ਦਿਨ ਫਿਰ ਸਰਹੰਦ ਵਜ਼ੀਰ ਜਿਹੜਾ ਹੈ ਵਜ਼ੀਰ ਖਾਂ ਨਵਾਬ ਉਹਦੇ ਪੇਸ਼ ਕਰਦੇ ਆ। ਉੱਥੇ ਫਿਰ ਰੱਖ ਕੇ ਅਤੇ ਉਹਨਾਂ ਨੂੰ ਫਿਰ ਇੱਕ ਜਿਹੜਾ ਠੰਡਾ ਬੁਰਜ ਹੈ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ। ਠੰਡਾ ਬੁਰਜ ਹੁਣ ਇਹਨਾਂ ਦਿਨਾਂ 'ਚ ਵੇਖ ਲਓ ਤੁਸੀਂ ਕਿ ਕਿੰਨੀ ਠੰਡ ਹੁੰਦੀ ਹੈ, ਪਰ ਠੰਡੇ ਬੁਰਜ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਠੰਡ ਸੀ। ਸੋ ਉਹਨਾਂ ਨੂੰ ਦੁੱਖ ਤਕਲੀਫ ਦੇਣ ਦੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੰਨ ਜਾਣ, ਆਪਣਾ ਧਰਮ ਬਦਲ ਕੇ ਅਤੇ ਇਸਲਾਮ ਧਾਰਨ ਕਰ ਜਾਣ। ਸੋ ਇਸ ਕਰਕੇ ਉਹਨਾਂ ਨੂੰ ਤਕਲੀਫ ਵੀ ਦੇਣੀ ਸ਼ੁਰੂ ਕੀਤੀ ਬੜੀ। ਸੋ ਉੱਥੋਂ ਫਿਰ ਇਹਨਾਂ ਨੇ ਉਹਨਾਂ ਦੇ 3 ਦਿਨ ਲਗਾਤਾਰ ਜਿਹੜਾ ਹੈ ਉਹ ਜਿਹੜੀਆਂ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ। ਗੱਲਾਂ ਬਾਤਾਂ ਜਿਹੜੀਆਂ ਸੀ ਉਹਨਾਂ ਨਾਲ ਇਹ ਸੀ ਕਿ ਜਦੋਂ ਉਹ ਨਾ ਮੰਨੇ ਕਿਸੇ, ਅਤੇ ਫਿਰ ਉਹ ਕਹਿੰਦੇ ਸਪੋਜ਼ ਤੁਹਾਨੂੰ ਅਸੀਂ ਛੱਡ ਦਿੰਦੇ ਹਾਂ ਅਤੇ ਤੁਸੀਂ ਫਿਰ ਕੀ ਕਰੋਗੇ। ਉਹ ਕਹਿੰਦੇ ਆ ਵੀ ਜੇ ਤੁਸੀਂ ਛੱਡ ਦੋਗੇ ਤਾਂ ਅਸੀਂ ਜਾਵਾਂਗੇ ਬਾਹਰ ਬਾਜ਼ਾਰ 'ਚ, ਉੱਥੋਂ ਹਥਿਆਰ ਖਰੀਦਾਂਗੇ, ਹਥਿਆਰ ਖਰੀਦ ਕੇ ਅਸੀਂ ਜੰਗਲਾਂ 'ਚ ਜਾਵਾਂਗੇ, ਸਿੰਘਾਂ ਨੂੰ ਲੱਭਾਂਗੇ ਅਤੇ ਸਿੰਘਾਂ ਨੂੰ ਇਕੱਠਿਆਂ ਕਰਕੇ ਅਤੇ ਤੁਹਾਡੇ ਇਸ ਜ਼ਾਲਮ ਸਰਕਾਰ ਦੇ ਬਰਖਲਾਫ ਫਿਰ ਅਸੀਂ ਯੁੱਧ ਜਿਹੜਾ ਉਹ ਸ਼ੁਰੂ ਕਰਾਂਗੇ। ਸੁੱਚਾ ਨੰਦ ਇਹੋ ਗੱਲ ਲੱਭਦਾ ਸੀ। ਉਹ ਕਹਿੰਦਾ ਵੀ ਸੱਪ ਦੇ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਦੁੱਧ ਪਿਆਲਿਆਂ ਕਦੇ ਉਹ ਮਿੱਤਰ ਨਹੀਂ ਬਣਦੇ, ਇਸ ਕਰਕੇ ਇਹ ਸਪੋਲੀਏ ਆ ਅਤੇ ਇਹਨਾਂ ਨੂੰ ਹੁਣੇ ਕੁਚਲ ਦੇਣਾ ਚਾਹੀਦਾ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਹ ਸੁੱਚਾ ਨੰਦ ਜਿਹੜਾ ਕਿਉਂਕਿ ਉਹਨਾਂ ਦਾ ਵਜ਼ੀਰ ਸੀ ਅਤੇ ਉਹਨੇ ਸਲਾਹ ਦਿੱਤੀ। ਉਸ ਤੋਂ ਬਾਅਦ ਫਿਰ ਉੱਥੇ ਮਲੇਰਕੋਟਲੇ ਵਾਲਾ ਵਜ਼ੀਰ ਖਾਂ ਸੀ, ਵਜ਼ੀਰ ਖਾਨ ਦੀ ਜਿਹੜੀ ਅਦਾਲਤ ਆ ਉਹਦੇ ਵਿੱਚ ਹੀ ਮਲੇਰਕੋਟਲੇ ਦਾ ਸ਼ੇਰ ਮੁਹੰਮਦ ਖਾਨ ਸੀ। ਸ਼ੇਰ ਮੁਹੰਮਦ ਖਾਨ ਜਿਹੜਾ ਹੈ ਉਹਦੇ ਭਰਾਵਾਂ ਨੂੰ ਚਮਕੌਰ ਦੀ ਗੜੀ 'ਚ ਨਾਰ ਖਾਨ ਨੂੰ ਅਤੇ ਜਿਹੜਾ ਹੈ ਉਹ ਦਸ਼ਮੇਸ਼ ਪਿਤਾ ਨੇ ਆਪਣੇ ਤੀਰ ਦੇ ਨਾਲ ਮਾਰਿਆ ਸੀ।
तो फिर नवाब कहन लगा कि शेर मुहम्मद नूं कि हुण मौका है, तूं अपने भरा दा बदला इन्हां कोलों लै सकदा है। जिस करके उसने शेर मुहम्मद ने कहा कि नहीं, ये गल जिहड़ी है वो जायज़ नहीं है। हाँ, गुरु गोबिंद सिंह मेरे सामने आवे तो मैं उहदे नाल जरूर लड़ांगा ते कोशिश भी करांगा कि मैं उहनूं मार दियां, पर बच्चों वास्ते नहीं, बजे बच्चों का कोई कसूर नहीं है, इस करके मैं ये पाप नहीं कर सकता। हुण ये नहीं सी कि शेर मुहम्मद जिहड़ा वो कोई हमदर्द सी सिखां दा, वो तो लड़ाइयाँ सिखां दे अगेंस्ट ही लड़दा सी, पर सिर्फ ਉਹਦੀ एक गल, एक ਜਿਹੜਾ ਹਾ ਦਾ ਨਾਰਾ ਉਹਨੇ ਇਸ ਵੇਲੇ ਹਮਦਰਦੀ ਦਾ ਮਾਰਿਆ ਸੀ, ਇਸ ਨੂੰ ਸਿੱਖਾਂ ਨੇ ਕਦੇ ਵੀ ਭੁਲਾਇਆ ਨਹੀਂ। ਤੇ ਅੱਜ ਵੀ ਮਲੇਰਕੋਟਲਾ ਹਮੇਸ਼ਾ 47 'ਚ ਵੀ ਸੇਫ ਸੀ, ਅੱਜ ਵੀ ਉਸ ਤੋਂ ਵੀ ਵੱਧ ਸੇਫ ਜਿਹੜਾ ਹੈ ਉਹ ਹੈ। ਸਿੱਖਾਂ ਨੇ ਉਸ ਚੀਜ਼ ਨੂੰ ਜਿਹੜਾ ਹੈ ਬਹੁਤ ਮਾਣ ਦਿੱਤਾ ਕਿ ਇਸ ਨੇ ਉਸ ਵੇਲੇ ਬੱਚਿਆਂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਸੀ। ਬਾਕੀ ਇਹਦੇ ਬਾਰੇ ਵੱਖੋ ਵੱਖਰੇ ਜਿਹੜੇ ਸਾਡੇ ਹੈਗੇ ਨੇ ਵੀ ਇਹ ਕਿਸ ਤਰ੍ਹਾਂ ਉੱਥੇ ਹੁੰਦਾ ਰਿਹਾ। ਸਾਡੇ ਇਤਿਹਾਸਕਾਰ ਪਿਛਲੇ ਗੁਰਪ੍ਰਣਾਲੀ ਗੁਲਾਬ ਸਿੰਘ ਅਨੁਸਾਰ 13 ਪੋਹ 1761 ਜਾਂ 27 ਦਸੰਬਰ 1704 ਨੂੰ ਸਵੇਰੇ 10 ਤੇ 11 ਦੇ ਵਿਚਕਾਰ ਇਹ ਖੂਨੀ ਦੀਵਾਰ ਜਿਹੜੀ ਆ ਚਿਣ ਕੇ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਲਗਭਗ ਉਦੋਂ ਹੀ ਜਦੋਂ ਮਾਤਾ ਦਾਦੀ ਗੁਜਰ ਕੌਰ ਜੀ ਨੂੰ ਪਤਾ ਲੱਗਾ ਤਾਂ ਉਹ ਵੀ ਪਰਮਾਤਮਾ ਦਾ ਸ਼ੁਕਰ ਕਰਦੀ ਹੋਈ ਜੋਤੀ ਜੋਤ ਸਮਾ ਗਈ। ਅੱਗੇ ਇਤਿਹਾਸਕਾਰ ਭਾਈ ਦੁਨਾ ਸਿੰਘ ਹੰਡੂਰੀਆ ਅਨੁਸਾਰ ਖੂਨੀ ਕੰਧ ਵਿੱਚ ਚਿਣ ਤੋਂ ਪਹਿਲਾਂ ਤਸੀਹੇ ਦੇਣ ਵੇਲੇ ਉਹਨਾਂ ਨੂੰ ਚਾਬਕ ਤੇ ਕੋਰੜੇ ਵੀ ਮਾਰੇ ਗਏ ਤਾਂ ਕਿ ਇਸ ਦੁੱਖ ਨੂੰ ਨਾ ਝੱਲਦੇ ਹੋਏ ਵੀ ਉਹ ਆਪਣਾ ਧਰਮ ਬਦਲਣ ਲਈ ਮਜਬੂਰ ਹੋ ਜਾਣ, ਪਰ ਉਹ ਨਹੀਂ ਹੋਏ। ਡਾਕਟਰ ਗੰਡਾ ਸਿੰਘ ਤੇ ਭਾਈ ਰਤਨ ਸਿੰਘ ਭੰਗੂ ਅਨੁਸਾਰ ਕੰਧਾਂ ਵਿੱਚ ਚਿਣੇ ਜਾ ਰਹੇ ਬੱਚਿਆਂ ਦੇ ਜਦੋਂ ਸਾਹ ਰੁਕ ਗਏ ਤੇ ਉਹ ਬੇਹੋਸ਼ ਹੋ ਗਏ ਤਾਂ ਜਲਾਦ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ, ਜਿਨ੍ਹਾਂ ਦੇ ਵਡੇਰਿਆਂ ਨੇ ਜਲਾਦ ਜਲਾਲਉਦੀਨ ਨੇ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ, ਉਹਨਾਂ ਨੇ ਹੀ ਬੱਚਿਆਂ ਨੂੰ ਆਪਣੇ ਗੋਡਿਆਂ ਥੱਲੇ ਰੱਖ ਜਿਵਾ ਕਰਕੇ ਸ਼ਹੀਦ ਕਰ ਦਿੱਤਾ। ਭਾਈ ਸੰਤੋਖ ਸਿੰਘ, ਕਵੀ ਸੈਣਾ ਸਿੰਘ, ਭਾਈ ਸੁੱਖਾ ਸਿੰਘ ਅਨੁਸਾਰ ਗੁਰੂ ਲਾਲਾਂ ਦੇ ਸੀਸ ਕਲਮ ਕੀਤੇ ਗਏ। ਕੇਸਰ ਸਿੰਘ ਛਿੱਬਰ ਅਨੁਸਾਰ ਬਾਬਾ ਜੋਰਾ ਸਿੰਘ ਦੇ ਸਵਾਸ ਤਾਂ ਕੰਧ ਡਿੱਗਦਿਆਂ ਹੀ ਨਿਕਲ ਗਏ ਸਨ, ਜਦੋਂ ਕਿ ਬਾਬਾ ਫਤਿਹ ਸਿੰਘ ਅੱਧੀ ਘੜੀ ਮਤਲਬ 12-13 ਮਿੰਟ ਆਪਣੇ ਪੈਰ ਚਰਨ ਜਿਹੜੇ ਹੈ ਉਹ ਮਾਰਦੇ ਰਹੇ। ਹੁਣ ਗੁਰੂ ਦੇ ਪਿਆਰੇ ਸੇਵਕ ਟੋਡਰ ਮੱਲ ਨੇ ਸੋਨੇ ਦੀਆਂ 80,000 ਮੋਹਰਾਂ ਲਿਆ ਕੇ ਜ਼ਮੀਨ 'ਤੇ ਚਿਣ ਕੇ ਤੇ ਉਹ ਸੰਸਕਾਰ ਕਰਨ ਵਾਲੀ ਜ਼ਮੀਨ ਖਰੀਦੀ, ਜਿੱਥੇ 28 ਦਸੰਬਰ ਨੂੰ ਇਹਨਾਂ ਤਿੰਨਾਂ ਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ। ਉਹ ਮਹਾਨ ਧਰਤੀ, ਇਸ ਸਾਕੇ ਵਿੱਚ ਜੇ ਆਪਾਂ ਭਾਈ ਮੋਤੀ ਰਾਮ ਮਹਿਰਾ ਦਾ ਜ਼ਿਕਰ ਨਾ ਕਰੀਏ ਤਾਂ ਫਿਰ ਉਸ ਨਾਲ ਬਹੁਤ ਵੱਡਾ ਨਿਆਂ ਹੋਵੇਗਾ। ਮੋਤੀ ਰਾਮ ਮਹਿਰਾ ਉਹ ਸ਼ਖਸ ਸੀ ਜੋ ਸੂਬੇ ਦੇ ਹੁਕਮ ਦੇ ਵਿਰੁੱਧ ਜਾ ਕੇ ਵੀ ਇਹਨਾਂ ਨੂੰ ਬੁਰਜ ਵਿੱਚ ਦੁੱਧ ਪਹੁੰਚਾਉਂਦਾ ਸੀ, ਜਿਸ ਦੀ ਸਜ਼ਾ ਫਿਰ ਜਦੋਂ ਬਾਅਦ 'ਚ ਸੂਬੇ ਨੂੰ ਪਤਾ ਲੱਗਾ ਤਾਂ ਉਸ ਦਾ ਸਾਰਾ ਪਰਿਵਾਰ ਜਿਹੜਾ ਕੋਹਲੂ 'ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹ ਮੋਤੀ ਰਾਮ ਮਹਿਰਾ, ਮੈਂ ਸੋਚਦਾ ਹਾਂ ਕਿ ਗੰਗੂ 20-22 ਸਾਲ ਗੁਰੂ ਘਰ 'ਚ ਰਹਿ ਕੇ ਪਾਪ ਕਮਾਉਣ ਡਿਆ ਹੈ। ਮੋਤੀ ਰਾਮ ਮਹਿਰਾ ਕਦੇ ਵੀ ਗੁਰੂ ਘਰ 'ਚ ਨਹੀਂ ਸੀ ਗਿਆ, ਉਹ ਸਿੰਘ ਵੀ ਨਹੀਂ ਸੀ, ਉਹ ਸਿੱਖ ਵੀ ਨਹੀਂ ਸੀ, ਪਰ ਉਸ ਨੇ ਜੋ ਉਸ ਵੇਲੇ ਕੰਮ ਕੀਤਾ ਉਹ ਹਮੇਸ਼ਾ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਅਤੇ ਸਿੱਖ ਕੌਮ ਹਮੇਸ਼ਾ ਉਹਨੂੰ ਯਾਦ ਕਰਦੀ ਰਹੇਗੀ, ਉਹਦੀ ਰਿਣੀ ਵੀ ਰਹੇਗੀ। ਦੂਸਰੇ ਪਾਸੇ ਟੋਡਰ ਮੱਲ, ਉਸ ਨੇ ਵੀ ਜੋ ਕੀਤਾ, ਉਸ ਨੇ ਸਾਰੀ ਆਪਣੀ ਕਮਾਈ ਜਿਹੜੀ ਆ ਉੱਥੇ ਦੇ ਕੇ ਤੇ ਉਹ ਜਗ੍ਹਾ ਜਿਹੜੀ ਖਰੀਦੀ ਹੈ। ਇਸੇ ਕਰਕੇ ਗੰਜੇ ਸ਼ਹੀਦਾਂ ਜਾਂ ਸ਼ਹੀਦਾਂ ਦਾ ਖਜ਼ਾਨਾ, ਗੰਜੇ ਸ਼ਹੀਦਾਂ ਦਾ ਮਤਲਬ ਸ਼ਹੀਦਾਂ ਦਾ ਖਜ਼ਾਨਾ, ਅੱਲਾ ਯਾਰ ਖਾਨ ਯੋਗੀ ਉਹ 'ਚ ਲਿਖਦਾ,
बस हिंद में एक तीर्थ है यात्रा के लिए। आंदा इको ही तीर्थ हुआ हिंदुस्तान च। कटाए बाप ने बेटे जहाँ खुदा के लिए, चमक है मेहर की चमकौर तेरे जरों में, यहीं से बन के सितारे गए शमा के लिए। ये अल्लाह जार योगी अल्लाह जार खां योगी दे लफी ने। शायर बकौल एक होया, उसदे भी शब्द बड़े सुनिया। उनका कुछ बात है कि हस्ती मिटती नहीं हमारी, सदियों रहा है दुश्मन दौरे जमा हमारा। एक महान पश्चिमी विद्वान मिस्टर ट्रंप इस साके तो बहुत प्रभावित होता है। तो वो कहता जदों तक सिखां दे पास सरहंद दी ये जमीन है, जिथे छोटे साहिबजादे शहीद होए, ते टोडर मल ने इस जगह नूं खरीदिया संस्कार दे लई, उदों तक सिख धर्म डोल नहीं सकता ते मिट नहीं सकता। सुमई 1708 ईस्वी नूं दशमेश पिता ने नदेड़ बाबा बंदा सिंह बहादुर नूं फिर अमृत छका के कुछ रहता कुछ हथियार कोई सिख दे के बदला लैण लई 5 अक्तूबर 1708 नूं पंजाब भेजिया। 1709 ਨੂੰ ਸਮਾਣੇ ਨੂੰ ਕਬਜ਼ੇ ਵਿੱਚ ਕਰਨ ਉਪਰੰਤ ਹੋਰ ਇਲਾਕੇ ਨੂੰ ਫਤਿਹ ਕਰਕੇ 12 ਮਈ 1710 ਨੂੰ ਚੱਪੜ ਜਿਹੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਨੂੰ ਕਤਲ ਕੀਤਾ, ਹਾਰ ਦਿੱਤੀ, ਤੇ 14 ਮਈ 1710 ਨੂੰ ਸਰਹਿੰਦ ਦੀ ਇੱਟ ਨਾਲ ਇੱਟ ਕੜਕਾ ਕੇ ਬਦਲਾ ਲੈ ਲਿਆ ਤੇ ਖਾਲਸਾ ਰਾਜ ਦੀ ਨੀਂਹ ਰੱਖ ਦਿੱਤੀ। ਸੋ ਇਹ ਅੱਜ ਦਾ ਜਿਹੜਾ ਸਿੱਖ ਆਪਣੀ ਹਿਸਟਰੀ ਹੈ ਉਹ ਮੈਂ ਤੁਹਾਡੇ ਨਾਲ ਇੱਥੋਂ ਤੱਕ ਸਾਂਝੀ ਕਰਦਾ ਹਾਂ। ਸੋ ਉੱਥੇ ਆਪਾਂ ਤੁਹਾਡੇ ਨਾਲ ਮੈਂ ਇੱਕ ਸਾਂਝੀ ਕਰਦੇ ਹਾਂ ਕਵਿਤਾ। ਆਓ ਸੁਣਦੇ ਹਾਂ ਇਹਦੇ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।